ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਵਿਚਾਰ ਲੜੀ ਵਿਚਿੱਤਰ ਨਾਟਕ ਦੇ ਚਰਿੱਤਰੋਪਖਿਆਨ ਦੇ ਉੱਤੇ ਚੱਲ ਰਹੀ ਹੈ। ਅੱਜ ਜਿਹੜਾ ਅਸੀਂ ਚਰਿੱਤਰ ਲਿਆ ਹੈ ਉਹ ਹੈ 111 ਨੰਬਰ ਚਰਿੱਤਰ। ਆਪਾਂ ਕਈ ਵਾਰੀ ਵਿਚਾਰ ਕਰ ਚੁੱਕੇ ਹਾਂ ਕਿ ਚਰਿੱਤਰਾਂ ਦੇ ਵਿੱਚ ਸਿਰਫ ਔਰਤ ਜਾਤੀ ਨੂੰ ਨੀਚਾ ਦਿਖਾਉਣਾ, ਉਹਨਾਂ ਨੂੰ ਧੋਖੇਬਾਜ਼ ਚਰਿੱਤਰਬਾਜ਼ ਦਿਖਾਉਣਾ, ਇਹਨਾਂ ਸਾਰੇ ਚਰਿੱਤਰਾਂ ਦਾ ਮੁੱਖ ਮੰਤਵ ਇਹੀ ਹੈ। ਔਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਇਹਨਾਂ ਕਹੇ ਜਾਂਦੇ ਮਹਾਨ ਵਿਦਵਾਨਾਂ ਦੇ ਜੋ ਗੱਲ ਹੈ ਕਿ ਉਹ ਇਹ ਸਭ ਕੁਝ ਨੂੰ ਗੁਰੂ ਗੋਬਿੰਦ ਸਿੰਘ ਦੇ ਗੱਲ ਮੜ ਰਹੇ ਨੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ ਹਨ ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਾ ਪੁਰਾਣੇ ਗ੍ਰੰਥਾਂ ਦਾ ਉਲਥਾ ਕੀਤਾ ਹੈ। ਔਰ ਇਹ ਚਰਿੱਤਰ ਇੰਨੇ ਅਸ਼ਲੀਲ ਹਨ ਕਿ ਮੈਂ ਜੋ ਕਾਮਸੂਤਰ ਗ੍ਰੰਥ ਸੰਤ ਸਿੰਘ ਮਸਕੀਨ ਜੀ ਨੇ ਦੱਸਿਆ ਸੀ ਕਿ ਮਹਾਰਿਸ਼ੀ ਵਾਸਤਾਇਨ ਦਾ ਲਿਖਿਆ ਹੋਇਆ ਉਹ ਵੀ ਪੜ੍ਹਿਆ। ਉਹ ਇੰਨਾ ਸੁਚੱਜੇ ਢੰਗ ਨਾਲ ਲਿਖਿਆ ਹੋਇਆ ਹੈ ਕਿ ਉਹ ਲੋਕਾਂ ਨੂੰ ਐਜੂਕੇਟ ਕਰਨ ਲਈ ਤੁਸੀਂ ਉਸ ਨੂੰ ਪੜ੍ਹ ਸਕਦੇ ਹੋ। ਉਹ ਬਹੁਤ ਸਭਿਆ ਤਰੀਕੇ ਨਾਲ ਲਿਖਿਆ ਹੋਇਆ। ਪਰ ਆਹ ਜਿਹੜੇ ਚਰਿੱਤਰ ਜਿਨ੍ਹਾਂ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਮੜ੍ਹ ਰਹੇ ਹਾਂ, ਇਹ ਇਤਨੇ ਅਸ਼ਲੀਲ ਹਨ, ਇਤਨੇ ਅਸ਼ਲੀਲ, ਇਤਨੇ ਗੰਦੇ ਹਨ, ਭੈੜੇ ਹਨ ਕਿ ਦੋ ਬੰਦਿਆਂ ਵਿੱਚ ਬੈਠ ਕੇ ਤਾਂ ਕੀ, ਤੁਹਾਨੂੰ ਇਕੱਲਿਆਂ ਪੜ੍ਹਦਿਆਂ ਵੀ ਉਲਟੀ ਆਉਣ ਨੂੰ ਜੀ ਕਰੇਗਾ, ਇਤਨੇ ਗੰਦੇ ਹਨ। ਮੈਂ ਉਹ ਗੰਦਗੀ ਵਾਲਾ ਪੋਰਸ਼ਨ ਸਾਈਡ ਕਰਕੇ ਤੇ ਮੈਂ ਚਰਿੱਤਰ ਪੜ੍ਹਨ ਦੀ ਕੋਸ਼ਿਸ਼ ਕਰਾਂਗਾ। ਮੇਰਾ ਇਹ ਉਦਮ ਮੈਂ ਕਿਉਂ ਕਰ ਰਿਹਾ? ਜਿਹੜੇ ਵੀਰ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਕਿਰਤ ਮੰਨਦੇ ਹਨ, ਸਟੇਜਾਂ ਤੋਂ ਕਹਿੰਦੇ ਹਨ, ਉਹ ਕਿਸੇ ਨਾ ਕਿਸੇ ਮਜਬੂਰੀ ਵਿੱਚ ਜਾਂ ਬੇਈਮਾਨੀ ਤਹਿਤ ਅਜਿਹਾ ਕਰ ਰਹੇ ਹਨ। ਮਜਬੂਰੀ ਕਿਸੇ ਦੀ ਰੋਜੀ ਰੋਟੀ ਦਾ ਸਾਧਨ ਹੈ, ਧਰਮ। ਉਹ ਸੱਚ ਬੋਲ ਕੇ ਫਿਰ ਬੱਚੇ ਕਿਵੇਂ ਪਾਲੇਗਾ? ਕਿਉਂਕਿ ਸਟੇਜਾਂ ਤੋਂ ਹੁੱਲੜਬਾਜ਼ੀ ਹੁੰਦੀ ਹੈ, ਉਹਨਾਂ ਨੂੰ ਸਮਾਂ ਨਹੀਂ ਦਿੱਤਾ ਜਾਏਗਾ, ਉਹਨਾਂ ਨੂੰ ਦੁਰਕਾਰਿਆ ਜਾਏਗਾ। ਔਰ ਉਹਨਾਂ ਨੇ ਜੀਵਨ ਵਿੱਚ ਕੰਮ ਸਿਰਫ ਇਹੀ ਕੀਤਾ ਕਿ ਉਹ ਜੋ ਕਥਾ ਕਰਦੇ ਨੇ, ਹੁਣ ਹੋਰ ਕੋਈ ਰਾਹ ਅਪਣਾ ਨਹੀਂ ਸਕਦੇ, ਮਜਬੂਰੀ ਬਸ ਉਹ ਇਸ ਵਿਸ਼ੇ ਉੱਤੇ ਚੁੱਪ ਰਹਿੰਦੇ ਨੇ। ਦੂਜੀ ਧਿਰ ਉਹ ਹੈ ਜਿਹੜੀ, ਮੈਨੂੰ ਪਤਾ ਨਹੀਂ, ਜਾਂ ਕੋਈ ਡਰ ਹੈ ਜਾਂ ਕੋਈ ਲਾਲਚ ਹੈ ਜਾਂ ਅੰਦਰੋਂ ਹੀ ਖੋਟ ਹੈ ਮਨ ਦੇ ਵਿੱਚ। ਗੁਰੂ ਦੇ ਸਖੇ ਨਹੀਂ ਹਨ, ਗੁਰੂ ਨੂੰ ਪਿਆਰ ਕਰਨ ਵਾਲੇ ਨਹੀਂ ਹਨ, ਭੇਖੀ ਸਿੱਖ ਹਨ, ਪਰ ਸਿੱਖ ਕੌਮ ਉੱਤੇ ਉਹਨਾਂ ਕਾਠੀ ਪਾਈ ਹੋਈ ਹੈ। ਉਹ ਪੂਰੇ ਸ਼ੋਖ ਰੋਸ਼ ਨਾਲ ਇਸ ਨੂੰ ਦਸ਼ਮੇਸ਼ ਪਿਤਾ ਦੀ ਕਿਰਤ ਸਿੱਧ ਕਰ ਰਹੇ ਹਨ। ਉਹਨਾਂ ਨੇ ਨਹੀਂ ਮੰਨਣਾ, ਉਹਨਾਂ ਨੇ ਨਹੀਂ ਸਮਝਣਾ। ਪਰ ਮੇਰਾ ਸਾਰਾ ਉਦਮ ਉਹਨਾਂ ਵੀਰਾਂ ਲਈ ਹੈ ਜਿਹੜਾ ਨੇ ਇਸ ਵਿਚਿੱਤਰ ਨਾਟਕ ਕਹੇ ਜਾਂਦੇ ਦਸਮ ਗ੍ਰੰਥ ਨੂੰ ਹਾਲੇ ਤੱਕ ਪੜ੍ਹਿਆ ਨਹੀਂ। ਸਿਰਫ ਸਟੇਜਾਂ ਤੋਂ ਇਹਨਾਂ ਵਿਦਵਾਨਾਂ ਦੀਆਂ ਗੱਲਾਂ ਸੁਣ ਕੇ ਹੀ ਗੁੱਸਾ ਖਾਈ ਜਾ ਰਹੇ ਨੇ। ਉਹਨਾਂ ਨੂੰ ਬੇਨਤੀ ਹੈ ਕਿ ਮੇਰੀਆਂ ਗੱਲਾਂ ਧਿਆਨ ਨਾਲ ਸੁਣਨ। ਅਸ਼ਲੀਲਤਾ ਵਾਲਾ ਪੱਖ ਮੈਂ ਪਾਸੇ ਕਰ ਰਿਹਾ, ਉਹਨੂੰ ਜਾਣਨ ਲਈ ਤੁਸੀਂ ਮੇਰੇ ਕੋਲੋਂ PDF ਮੰਗਵਾ ਲਓ, ਆਪ ਪੜ੍ਹੋ, ਦੇਖੋ ਕਿ ਕਿੰਨੀ ਗਹਿਰਾਈ ਵਿੱਚ ਅਸ਼ਲੀਲਤਾ ਹੈ। ਤਾਂ ਫਿਰ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਦਸ਼ਮੇਸ਼ ਪਿਤਾ ਜੀ ਇਤਨਾ ਗੰਦ ਸਾਨੂੰ ਦੱਸਣ ਆਏ ਸਨ, ਫਿਰ ਭਈ ਤੁਹਾਡੀ ਸਾਰਿਆਂ ਦੀ ਮਰਜ਼ੀ ਹੈ। ਕਹਿੰਦੇ ਇੱਕ ਫਰੇਜ਼ ਬਣੀ ਹੋਈ ਹੈ ਕਿ ਘੋੜੇ ਨੂੰ ਪਾਣੀ ਤੱਕ ਲਿਆਇਆ ਜਾ ਸਕਦਾ ਹੈ, ਉਸ ਨੂੰ ਪਾਣੀ ਪੀਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਮੈਂ ਤੁਹਾਨੂੰ ਸਿਰਫ ਅਗਾਹ ਕਰ ਸਕਦਾ, ਜਾਣੂ ਕਰਵਾ ਸਕਦਾ, ਪਰ ਮੈਂ ਤੁਹਾਨੂੰ ਆਪਣੀ ਗੱਲ ਮੰਨਣ 'ਤੇ ਮਜਬੂਰ ਨਹੀਂ ਕਰ ਸਕਦਾ। ਮੈਂ ਇਹੀ ਕਹਾਂਗਾ, ਆਪ ਪੜ੍ਹੋ। ਜੇ ਤੁਸੀਂ ਇਸ ਸੋਚ ਦੇ ਧਾਰਨੀ ਹੋ ਫਿਰ ਬਈ ਮੰਨੋ, ਮੈਂ ਕੁਝ ਨਹੀਂ ਕਰ ਸਕਦਾ। ਜੇ ਤੁਸੀਂ
ਗੁਰੂ ਗ੍ਰੰਥ ਸਾਹਿਬ ਦੀ ਸੋਚ ਦੇ ਧਾਰਨੀ ਹੋ। ਮੈਨੂੰ 100% ਯਕੀਨ ਹੈ ਕਿ ਤੁਸੀਂ ਵਾਪਸ ਗੁਰੂ ਗ੍ਰੰਥ ਸਾਹਿਬ ਵੱਲ ਨੂੰ ਮੁੜ ਆਵੋਗੇ ਔਰ ਇਸ ਗ੍ਰੰਥ ਦਾ ਖਹਿੜਾ ਛੱਡ ਦੇਵੋਗੇ। ਆਓ ਅਸੀਂ ਕਹਾਣੀ ਪੜ੍ਹਦੇ ਹਾਂ। ਚੌਪਈ। ਦੁਰਜਨ ਸਿੰਘ ਨਾਂ ਦਾ ਇੱਕ ਵੱਡਾ ਰਾਜਾ ਸੀ, ਜਿਸ ਨੂੰ ਚਾਰੇ ਦਿਸ਼ਾਵਾਂ ਪ੍ਰਣਾਮ ਕਰਦੀਆਂ ਸਨ। ਉਸ ਦੇ ਰੂਪ ਨੂੰ ਵੇਖ ਕੇ ਸਾਰੇ ਬਲਿਹਾਰੇ ਜਾਂਦੇ ਸਨ ਅਤੇ ਪ੍ਰਜਾ ਮਨ ਵਿੱਚ ਬਹੁਤ ਸੁੱਖ ਪਾਉਂਦੀ ਸੀ। ਦੋਹਰਾ। ਉਸ ਦੇ ਦੇਸ਼ ਵਿੱਚ ਜੋ ਵੀ ਬੰਦਾ ਆਉਂਦਾ, ਉਸ ਦੇ ਰੂਪ ਨੂੰ ਵੇਖ ਕੇ ਸਾਰਾ ਘਰ-ਬਾਰ ਭੁਲਾ ਦਿੰਦਾ ਅਤੇ ਦਾਸ ਬਣ ਕੇ ਉਸ ਦੇ ਨਗਰ ਵਿੱਚ ਰਹਿ ਜਾਂਦਾ। ਇਸ ਵਿੱਚ ਇੱਕ ਗੱਲ ਖਾਸ ਹੈ, ਔਰਤਾਂ ਦੀ ਤੇ ਆਦਮੀਆਂ ਦੀ ਵੀ। ਜਦੋਂ ਉਸਤਤ ਕਰਨ ਲੱਗਦਾ ਨਾ, ਹਰ ਵਾਰੀ ਇਹ ਕਹਿ ਦਿੰਦਾ ਕਿ ਉਹੋ ਜਿਹਾ ਹੋਰ ਕੋਈ ਨਹੀਂ। ਅਗਲੇ ਚਿੱਤਰ ਵਿੱਚ ਫਿਰ ਕਹੇਗਾ ਔਰਤ ਬਾਰੇ ਵੀ, ਇਹੋ ਜਿਹੀ ਦੁਨੀਆ 'ਚ ਹੋਰ ਕੋਈ ਨਹੀਂ। ਔਰ ਅਗਲੇ ਚਰਿੱਤਰ 'ਚ ਫਿਰ ਕਹੇਗਾ ਇਹੋ ਜਿਹੀ ਹੋਰ। ਮਤਲਬ ਇਸ ਦਾ ਤਕੀਆ ਕਲਾਮ ਹੈ। ਜਦੋਂ ਉਸਤਤ ਕਰਨ ਲੱਗਣਾ, ਅੱਤ ਦੀ ਉਸਤਤ ਕਰ ਦੇਣੀ ਆ। ਹੁਣ ਇੱਥੇ ਉਹ ਰਾਜੇ ਦੀ ਉਸਤਤ ਕਰ ਰਿਹਾ ਹੈ, ਰਾਜਾ ਦੁਰਜਨ ਸਿੰਘ। ਓਕੇ। ਜਦ ਉਹ ਰਾਜਾ ਸ਼ਿਕਾਰ ਚੜ੍ਹਦਾ ਤਾਂ ਕੁੱਤਿਆਂ ਤੋਂ ਬਹੁਤ ਹਿਰਨ ਪਕੜਵਾਉਂਦਾ ਸੀ, ਬਾਜਾਂ ਤੋਂ ਮੁਰਗਾਬੀਆਂ ਫੜਵਾਉਂਦਾ ਸੀ ਅਤੇ ਹੁਸੀਨਾਂ ਨੂੰ ਬਹੁਤ ਧਨ ਦਿੰਦਾ ਸੀ। ਉਹ ਹਰ ਰੋਜ਼ ਬਹੁਤ ਹਿਰਨਾਂ ਨੂੰ ਮਾਰਦਾ ਸੀ ਅਤੇ ਸਦਾ ਬਣ ਵਿੱਚ ਹੀ ਘੁੰਮਦਾ ਰਹਿੰਦਾ ਸੀ। ਉਹ ਦੋਹਾਂ ਹੱਥਾਂ ਨਾਲ ਤੀਰ ਚਲਾਉਂਦਾ ਸੀ। ਉਸ ਤੋਂ ਭਲਾ ਕਿਹੜਾ ਪਸ਼ੂ ਬਚ ਸਕਦਾ ਸੀ। ਇੱਕ ਦਿਨ ਰਾਜਾ ਸ਼ਿਕਾਰ ਖੇਡਣ ਗਿਆ ਅਤੇ ਇੱਕ ਕਾਲਾ ਹਿਰਨ ਵੇਖ ਕੇ ਲਲਚਾ ਗਿਆ। ਚਾਹੁੰਦਾ ਸੀ ਕਿ ਉਸ ਨੂੰ ਸਿੰਗਾਂ ਤੋਂ ਜਿਉਂਦਾ ਫੜ ਲਵਾਂ ਅਤੇ ਉਸ ਨੂੰ ਜ਼ਖਮੀ ਨਾ ਹੋਣ ਦਿਆਂ। ਇਸ ਕਰਕੇ ਉਹ ਉਹਦੇ ਪਿੱਛੇ ਪਿੱਛੇ ਘੋੜਾ ਦੌੜਾਉਂਦਾ ਗਿਆ। ਹਿਰਨ ਨੂੰ ਵੇਖ ਕੇ ਉਸਨੇ ਘੋੜੇ ਨੂੰ ਭਜਾਇਆ ਅਤੇ ਉਸ ਦੇ ਪਿੱਛੇ ਚੱਲਦਾ ਆਇਆ। ਜਦ ਉਹ ਹਿਰਨ ਪ੍ਰਦੇਸ਼ ਗੈਰ ਇਲਾਕੇ ਵਿੱਚ ਪਹੁੰਚ ਗਿਆ ਤਾਂ ਕੋਈ ਨੌਕਰ ਉੱਥੇ ਨਾ ਪਹੁੰਚ ਸਕਿਆ। ਉੱਥੇ ਰਾਜ ਪ੍ਰਭਾ ਨਾਂ ਦੀ ਇੱਕ ਰਾਜਕੁਮਾਰੀ ਸੀ। ਮਤਲਬ ਦੂਜੇ ਰਾਜ ਵਿੱਚ ਚਲਾ ਗਿਆ। ਉੱਥੇ ਇੱਕ ਰਾਜਕੁਮਾਰੀ, ਰਾਜੇ ਦੀ ਲੜਕੀ, ਜਿਹਦਾ ਨਾਂ ਰਾਜ ਪ੍ਰਭਾ ਸੀ, ਉਹ ਸੀਗੀ ਰਾਜੇ ਨੂੰ ਪ੍ਰਾਣਾਂ ਤੋਂ ਪਿਆਰੀ ਸੀ। ਉਸ ਦਾ ਉੱਚਾ ਮਹਿਲ ਸ਼ੋਭਦਾ ਸੀ, ਜੋ ਮਾਨੋ ਚੰਦਰਮਾ ਜਿੰਨਾ ਉੱਚਾ ਸੀ। ਉਸ ਦੇ ਨੇੜੇ ਤਪਤੀ ਨਦੀ ਵਗਦੀ ਸੀ। ਉਸ ਨੂੰ ਜਗਤ ਵਾਲੇ ਸੂਰਜ ਦੀ ਪੁੱਤਰੀ ਕਹਿੰਦੇ ਸਨ। ਉੱਥੇ ਪੰਛੀ ਚੁਗਦੇ ਹੋਏ ਬਹੁਤ ਸ਼ੋਭਦੇ ਸਨ, ਵੇਖਣ ਵਾਲਿਆਂ ਦੇ ਮਨ ਮੋਹ ਲੈਂਦੇ ਸਨ। ਜਿੱਥੇ ਮਹਿਲ ਦੇ ਸੁੰਦਰ ਝਰੋਖੇ ਸਨ, ਰਾਜੇ ਨੇ ਹਿਰਨ ਨੂੰ ਉੱਥੇ ਜਾ ਕੱਢਿਆ। ਘੋੜਾ ਭਜਾ ਕੇ ਰਾਜੇ ਨੇ ਉਸ ਨੂੰ ਥਕਾ ਦਿੱਤਾ ਅਤੇ ਹਿਰਨ ਨੂੰ ਸਿੰਗਾਂ ਤੋਂ ਫੜ ਲਿਆ। ਮੰਨ ਲਓ ਰਾਜਾ ਦੂਜੇ ਰਾਜੇ ਦੇ ਮਹਿਲਾਂ ਦੇ ਕੋਲ ਪਹੁੰਚ ਗਿਆ। ਉੱਥੇ ਹਿਰਨ ਥੱਕ ਗਿਆ। ਉੱਥੇ ਇਸ ਰਾਜੇ ਨੇ ਉਸ ਨੂੰ ਸਿੰਗਾਂ ਤੋਂ ਫੜ ਲਿਆ। ਜਦੋਂ ਸਿੰਗਾਂ ਤੋਂ ਫੜ ਲਿਆ ਤਾਂ ਉੱਥੋਂ ਦੀ ਜਿਹੜੀ ਰਾਜਕੁਮਾਰੀ ਸੀ, ਜਿਹੜੀ ਝਰੋਖੇ ਵਿੱਚੋਂ ਇਸ ਰਾਜੇ ਨੂੰ ਦੇਖ ਰਹੀ ਸੀ, ਇਹ ਕੌਤਕ ਰਾਜਕੁਮਾਰੀ ਨੇ ਵੇਖਿਆ ਅਤੇ ਆਪਣੇ ਹਿਰਦੇ ਵਿੱਚ ਇਹ ਵਿਚਾਰ ਕੀਤਾ, ਮੈਂ ਹੁਣ ਹੀ ਇਸ ਰਾਜੇ ਨੂੰ ਵਿਆਹਾਂਗੀ, ਨਹੀਂ ਤਾਂ ਕਟਾਰ ਮਾਰ ਕੇ ਮਰ ਜਾਵਾਂਗੀ। ਉਸ ਨੇ ਰਾਜੇ ਨਾਲ ਅਜਿਹੀ ਪ੍ਰੀਤ ਜੋੜ ਲਈ ਜੋ ਕਿਸੇ ਕੋਲੋਂ ਤੋੜੀ ਨਹੀਂ ਜਾ ਸਕਦੀ। ਅੱਖਾਂ ਦੇ ਇਸ਼ਾਰੇ ਨਾਲ ਰਾਜੇ ਨੂੰ ਬੁਲਾਇਆ ਅਤੇ ਉਸ ਦੇ ਨਾਲ ਗਲਤ ਕੰਮ ਕੀਤਾ। ਇਹ ਸਾਡੇ ਜਿਹੜੇ ਵਿਦਵਾਨ ਨੇ ਕਹਿੰਦੇ ਇਹ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਦੱਸ ਰਹੇ ਨੇ ਆ ਕਹਾਣੀ, ਕਿ ਰਾਜੇ ਨੂੰ ਬੁਲਾਇਆ, ਉਸ ਦੇ ਨਾਲ ਗਲਤ ਕੰਮ ਕੀਤਾ। ਹੁਣ ਇੱਥੋਂ ਜਿਹੜੀ ਅੱਗੇ ਸਾਰੀ ਕਹਾਣੀ ਆ, ਉਹ ਕਹਿੰਦੇ ਉਹਨਾਂ ਦੋਹਾਂ ਦੀ ਜੋੜੀ ਇਸ ਤਰ੍ਹਾਂ ਫੱਬੀ ਮਾਨੋ ਰਾਧਾ ਅਤੇ ਕ੍ਰਿਸ਼ਨ ਦੀ ਜੋੜੀ ਹੋਵੇ। ਅੱਗੇ ਇੰਨਾ ਅਸ਼ਲੀਲ ਹੈ ਕਿ ਉਹ ਅਸੀਂ ਪੜ੍ਹ ਨਹੀਂ ਸਕਦੇ। ਇੰਨਾ ਗੰਦਾ ਜਿੰਨਾ ਤੁਸੀਂ ਕਦੀ ਸਾਧ ਸੰਗਤ ਜੀ ਜ਼ਿੰਦਗੀ ਵਿੱਚ ਸੋਚਿਆ ਨਹੀਂ ਹੋਵੇਗਾ। ਕਿਸੇ ਤੁਹਾਨੂੰ ਕਾਮ ਸੂਤਰ ਗ੍ਰੰਥ ਵਿੱਚ ਇੰਨੀ ਗੰਦਗੀ ਨਹੀਂ ਮਿਲੇਗੀ ਜਿੰਨੀ ਗੰਦਗੀ ਇੱਥੇ ਲਿਖੀ ਹੋਈ ਆ। ਔਰ ਸਾਡੇ ਵੀਰ ਕਹਿੰਦੇ ਨੇ ਕਿ ਇਹ ਜਿਹੜਾ ਗ੍ਰੰਥ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੋਇਆ। ਇਸ ਨੂੰ ਅੱਗੇ ਅਸੀਂ ਪੜ੍ਹਦੇ ਹਾਂ। ਇਸਤਰੀ ਅਤੇ ਪ੍ਰੀਤਮ ਦੋਹਾਂ ਦੀ ਪ੍ਰੀਤ ਬਹੁਤ ਵੱਧ ਗਈ ਅਤੇ ਅੱਗੇ ਉਹਨਾਂ ਨੇ
ਭਾਵ ਸਾਰੇ ਕੱਪੜੇ ਉਤਾਰ ਦਿੱਤੇ, ਨੰਗੇ ਹੋ ਕੇ, ਮਤਲਬ ਪੂਰਾ ਗੰਦਗੀ ਜਿੰਨੀ ਹੋ ਸਕਦੀ ਹੈ ਉਹ ਇੱਥੇ ਲਿਖੀ ਹੋਈ ਹੈ। ਅੱਗੇ ਆਪਾਂ ਚੱਲਦੇ ਹਾਂ। ਫਿਰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਮੰਗਵਾਏ ਅਤੇ ਕਈ ਪ੍ਰਕਾਰ ਦੇ ਪਕਵਾਨ ਪਕਵਾਏ। ਸ਼ਰਾਬ, ਪੋਸਤ ਅਤੇ ਧਤੂਰਾ ਮੰਗਵਾਇਆ। ਗੁਰੂ ਗੋਬਿੰਦ ਸਿੰਘ ਜੀ ਦੱਸ ਰਹੇ ਨੇ ਕਿ ਉਹ ਰਾਜਾ ਜਿਹੜਾ ਬਾਹਰੋਂ ਸ਼ਿਕਾਰ ਖੇਡਣ ਆਇਆ ਸੀ ਤੇ ਉਹ ਇੱਥੋਂ ਦੇ ਰਾਜੇ ਦੀ ਲੜਕੀ ਨੇ ਆਹ ਜਿਹੜੀਆਂ ਬੜੀਆਂ ਸ਼ੁੱਧ ਚੀਜ਼ਾਂ, ਬੜੀਆਂ ਉੱਚੀ ਪਾਏਦਾਰ ਦੀਆਂ ਚੀਜ਼ਾਂ, ਕਿਹੜੀਆਂ? ਸ਼ਰਾਬ, ਪੋਸਤ ਅਤੇ ਧਤੂਰਾ ਮੰਗਵਾਇਆ। ਸੁੰਦਰ ਕਸੁੰਬੜੇ ਦੇ ਫੁੱਲ ਪਾ ਕੇ ਪਾਨ ਤਿਆਰ ਕਰਵਾਏ। ਦੋਹਰਾ, ਅਫੀਮ ਦੀ ਵੱਡੀ ਗੋਲੀ ਖਾ ਕੇ ਅਤੇ ਭੰਗ ਚੜਾ ਕੇ। ਫਿਰ ਅੱਗੇ ਜੋ ਗੰਦਗੀ ਲਿਖੀ ਹੈ ਉਹ ਮੈਂ ਤੁਹਾਨੂੰ ਪੜ੍ਹ ਕੇ ਨਹੀਂ ਸੁਣਾ ਸਕਦਾ। ਅੱਗੇ ਇਸ ਤਰ੍ਹਾਂ ਹੀ ਇਹ ਸਾਰੀ ਕਹਾਣੀ ਇਹਨਾਂ ਦੀ ਚੱਲਦੀ ਹੈ ਤੇ ਅੱਗੇ ਆਉਂਦਾ ਹੈ, ਆਪਾਂ ਦੇਖਦੇ ਹਾਂ 32 ਨੰਬਰ ਤੇ। ਇੱਕ ਸਖੀ ਉਸ ਦੀ ਛਵੀ ਨੂੰ ਵੇਖ ਕੇ ਬਹੁਤ ਕ੍ਰੋਧਿਤ ਹੋ ਗਈ। ਜਦੋਂ ਕੋਈ ਹੋਰ ਸਹੇਲੀ ਨੇੜੇ ਸੀ, ਉਸਨੇ ਦੇਖਿਆ, ਇਹ ਤੁਹਾਨੂੰ ਇਹਦੇ ਵਿੱਚੋਂ ਸਿਰਫ 10% ਸੁਣਾ ਰਿਹਾ, ਬਾਕੀ ਜਿਹੜਾ 70-80% ਜਿਹੜਾ ਉਹ ਅਸ਼ਲੀਲ ਪੋਰਸ਼ਨ ਮੈਂ ਛੱਡ ਰਿਹਾ, ਉਹ ਤੁਹਾਡੇ ਪੜ੍ਹਨ ਲਈ ਛੱਡ ਰਿਹਾ ਕਿ ਤੁਸੀਂ ਅਗਰ ਮੇਰੀ ਇਸ ਗੱਲ 'ਤੇ ਵਿਸ਼ਵਾਸ ਕਰ ਲਵੋ ਕਿ ਅਸ਼ਲੀਲ ਹੈ ਤੇ PDF ਮੇਰੇ ਕੋਲੋਂ ਮੰਗਵਾ ਲਓ, ਤੁਸੀਂ ਆਪ ਪੜ੍ਹੋ। ਅਗਰ ਤੁਹਾਨੂੰ ਤੁਸੀਂ ਹਾਲੇ ਅੱਧੇ ਆ ਵੀ ਇਹ ਗੁਰੂ ਗੋਬਿੰਦ ਸਿੰਘ ਰਚਨਾ ਨਹੀਂ, ਜੇ ਤੁਸੀਂ ਪੱਕੇ ਮੰਨਦੇ ਗੁਰੂ ਗੋਬਿੰਦ ਸਿੰਘ ਰਚਨਾ, ਫਿਰ ਮੇਰੇ ਕਹਿਣ ਦਾ ਕੋਈ ਮਤਲਬ ਨਹੀਂ, ਤੁਹਾਡੇ ਪੜ੍ਹਨ ਦਾ ਕੋਈ ਮਤਲਬ ਨਹੀਂ ਕਿ ਤੁਸੀਂ ਉਹ ਮੰਨ ਚੁੱਕੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਇਹੋ ਜਿਹੀ ਅਸ਼ਲੀਲ ਕਹਾਣੀਆਂ ਸੁਣਾਉਣ ਵਾਲੇ ਸਨ। ਫਿਰ ਕੋਈ ਗੱਲ ਨਹੀਂ, ਕੀ ਕਰ ਸਕਦੇ ਆ? ਕੁਝ ਨਹੀਂ ਕਰ ਸਕਦੇ। ਪਰ ਜੇ ਤੁਹਾਨੂੰ ਆਪਣੇ ਆਪ ਨੂੰ ਸਪਸ਼ਟ ਹੋਣਾ ਹੈ ਤੇ ਗੁਰੂ ਦੇ ਸੱਚੇ ਸਚਿਆਰ ਸਿੱਖ ਬਣਨਾ, ਫਿਰ ਜ਼ਰੂਰ ਪੜ੍ਹੋ ਤੇ ਤੁਹਾਨੂੰ ਸਮਝ ਆਏਗਾ। ਜਦੋਂ ਬਹੁਤ ਸਾਰਾ ਸਮਾਂ ਇੱਦਾਂ ਗੁਜ਼ਰ ਗਿਆ ਤੇ ਇੱਕ ਸਹੇਲੀ ਜਿਹੜੀ ਰਾਜੇ ਦੀ ਲੜਕੀ ਦੀ ਸੀ, ਉਸ ਨੇ ਖੁੰਦਕ ਖਾਧੀ ਕਿ ਇਹ ਤਾਂ ਬੜਾ ਆਨੰਦ ਲੈ ਰਹੇ ਨੇ। ਇੱਕ ਸਖੀ ਉਸ ਦੀ ਛਵੀ ਨੂੰ ਵੇਖ ਕੇ ਬਹੁਤ ਕ੍ਰੋਧਿਤ ਹੋਈ, ਉਸ ਦੇ ਪਿਤਾ ਪਾਸ ਜਾ ਕੇ ਸਭ ਕੁਝ ਦੱਸ ਦਿੱਤਾ। ਗੱਲ ਸੁਣ ਕੇ ਰਾਜਾ ਬਹੁਤ ਕ੍ਰੋਧਿਤ ਹੋਇਆ ਅਤੇ ਚੱਲ ਕੇ ਪੁੱਤਰੀ ਦੇ ਮਹਿਲ ਵੱਲ ਆ ਗਿਆ। ਜਦੋਂ ਰਾਜਕੁਮਾਰੀ ਨੇ ਇਸ ਤਰ੍ਹਾਂ ਸੁਣਿਆ ਕਿ ਮੇਰਾ ਪਿਤਾ ਬਹੁਤ ਕ੍ਰੋਧ ਕਰਕੇ ਆਇਆ ਹੈ, ਤਦ ਉਸ ਨੇ ਹਿਰਦੇ ਵਿੱਚ ਸੋਚਿਆ ਕਿ ਕੀ ਕਰਾਂ, ਹਿਰਦੇ ਵਿੱਚ ਕਟਾਰੀ ਮਾਰ ਕੇ ਮਰ ਜਾਵਾਂ। ਦੋਹਰਾ, ਮਿੱਤਰ ਨੇ ਜਦੋਂ ਇਸਤਰੀ ਨੂੰ ਬੇਮਨਾ ਵੇਖਿਆ ਤਾਂ ਹੱਸ ਕੇ ਕਿਹਾ ਕਿ ਤੂੰ ਚਿੱਤ ਵਿੱਚ ਕਿਉਂ ਵਿਆਕਲ ਹੋਇਆ, ਮੈਨੂੰ ਵੀ ਭੇਦ ਦੀ ਗੱਲ ਦੱਸ। ਅੱਗੋਂ ਚੁਪਈ। ਰਾਜਕੁਮਾਰੀ ਨੇ ਉਸ ਨੂੰ ਦੱਸਿਆ ਕਿ ਰਾਜੇ ਨੂੰ ਕਿਸੇ ਨੇ ਸਭ ਕੁਝ ਦੱਸ ਦਿੱਤਾ ਹੈ, ਇਸ ਕਰਕੇ ਰਾਜੇ ਨੇ ਬਹੁਤ ਕ੍ਰੋਧ ਕੀਤਾ ਹੈ, ਇਸੇ ਲਈ ਮੇਰੇ ਹਿਰਦੇ ਵਿੱਚ ਬਹੁਤ ਡਰ ਲੱਗ ਰਿਹਾ ਹੈ। ਇਸ ਕਰਕੇ ਰਾਜਾ ਬਹੁਤ ਕ੍ਰੋਧਿਤ ਹੋ ਕੇ ਦੋਹਾਂ ਨੂੰ ਮਾਰਨ ਲਈ ਆ ਰਿਹਾ ਹੈ। ਮੈਨੂੰ ਆਪਣੇ ਨਾਲ ਲੈ ਕੇ ਫਿਰ ਭੱਜਣ ਦੀ ਕੋਈ ਵਿਉਂਤ ਬਣਾਓ। ਇਸਤਰੀ ਦੀ ਗੱਲ ਸੁਣ ਕੇ ਰਾਜਾ ਹੱਸ ਪਿਆ ਅਤੇ ਉਸ ਦਾ ਦੁੱਖ ਦੂਰ ਕਰ ਦਿੱਤਾ। ਇਸਤਰੀ ਕਹਿਣ ਲੱਗੀ, ਮੇਰੀ ਕੁਝ ਵੀ ਚਿੰਤਾ ਨਾ ਕਰੋ, ਮੈਂ ਤਾਂ ਤੁਹਾਡੀ ਜਾਨ ਤੋਂ ਡਰਦੀ ਹਾਂ। ਦੋਹਰਾ, ਜਗਤ ਵਿੱਚ ਉਸ ਇਸਤਰੀ ਦੇ ਜੀਣ ਨੂੰ ਤਿਰਕਾਰ ਹੈ ਜੋ ਆਪਣੇ ਪ੍ਰੀਤਮ ਦਾ ਵੱਧ ਹੁੰਦਾ ਅੱਖਾਂ ਨਾਲ ਵੇਖੇ, ਜੋ ਇੱਕ ਪਲਕਾਰੇ ਜਿੰਨੀ ਵੀ ਜਿਉਂਦੀ ਰਹੇ ਅਤੇ ਕਟਾਰ ਮਾਰ ਕੇ ਮਰ ਨਾ ਜਾਏ। ਸਵਈਆ, ਗਲ ਦਾ ਜੜਾਉ, ਹਾਰ, ਮਣੀ, ਕੰਗਣ, ਕੁੰਡਲ ਅਤੇ ਗਹਿਣੇ ਤਿਆਗ ਕੇ ਵੇ ਭੂਤ ਸੁਆਹ ਮਲ ਲਵਾਂਗੀ। ਹਜ਼ਾਰਾਂ ਸੁੰਦਰੋ, ਆਪਣੀ ਇਸਤਰੀ ਲੜਕੀ ਦੱਸ ਰਹੀ ਕਿ ਮੈਂ ਤਾਂ ਮੰਨ ਲਓ ਸਾਧਣੀ ਬਣ ਜਾਵਾਂਗੀ ਜੇ ਤੁਹਾਨੂੰ ਕਿਸੇ ਨੇ ਮਾਰ ਦਿੱਤਾ ਤਾਂ। ਰਾਜਕੁਮਾਰ ਨੇ ਹੱਸ ਕੇ ਕਿਹਾ ਕਿ ਹੇ ਇਸਤਰੀ, ਤੂੰ ਮੇਰੀ ਚਿੰਤਾ ਨਾ ਕਰ, ਮੈਂ ਹੁਣ ਇੱਕ ਉਪਾਅ ਕਰਦਾ ਹਾਂ ਜਿਸ ਕਰਕੇ ਤੇਰਾ ਦੁੱਖ ਦੂਰ ਹੋ ਜਾਏਗਾ। ਮੇਰੀ ਚਿੰਤਾ ਬਿਲਕੁਲ ਨਾ ਕਰ ਅਤੇ ਮੈਨੂੰ ਤੀਰ ਕਮਾਨ ਲਿਆ ਦੇ, ਮਜ਼ਬੂਤੀ ਨਾਲ ਦਰਵਾਜ਼ਾ ਬੰਦ ਕਰ ਦੇ ਅਤੇ ਇਸ ਆਂਗਣ
ਵਿੱਚ ਛੇਜ ਵਿਛਾ ਦੇ। ਉਸ ਰਾਜਕੁਮਾਰੀ ਨੇ ਉਹੀ ਕੰਮ ਕੀਤਾ ਅਤੇ ਤੀਰ ਕਮਾਨ ਲਿਆ ਕੇ ਉਸ ਨੂੰ ਦਿੱਤਾ। ਫਿਰ ਚੰਗੀ ਤਰ੍ਹਾਂ ਛੇਜ ਵਿਛਾ ਦਿੱਤੀ ਅਤੇ ਉਸ ਉੱਪਰ ਮਿੱਤਰ ਨੂੰ ਬਿਠਾ ਦਿੱਤਾ। ਹੋਇਆ ਕਿ ਇੱਕ ਚੱਕਵੀ ਅਤੇ ਚੱਕਵਾ ਆਏ। ਇਸ ਰਾਜੇ ਨੇ ਉਸ ਚੱਕਵੀ ਤੇ ਚੱਕਵੇ ਨੂੰ ਆਪਣੇ ਤੀਰ ਕਮਾਨ ਨਾਲ ਮਾਰ ਦਿਆ। ਉਸ ਦੀ ਖੱਲ ਲਾ ਲਈ ਤਾਂ ਉਸ ਦਾ ਮਾਸ ਪਕਾ ਕੇ ਖਾ ਲਿਆ। ਫਿਰ ਬਾਕੀ ਜਿਹੜਾ ਮੈਂ ਛੱਡ ਰਿਹਾ ਉਹ ਇਹੀ ਹੈ। ਫਿਰ ਉਹਨਾਂ ਨੇ ਅਸ਼ਲੀਲਤਾਪੂਰਨ ਬਹੁਤ ਕੰਮ ਕੀਤਾ। ਹੁਣ ਪਤਾ ਨਹੀਂ ਇਹ ਕਹਾਣੀ ਬਣਾਉਣ ਵਾਲਾ ਵੀ ਰਾਜੇ ਨੂੰ ਪਤਾ ਲੱਗ ਗਿਆ। ਰਾਜੇ ਨੇ ਕਿਤੇ ਇੰਗਲੈਂਡ ਤੋਂ ਅਮਰੀਕਾ ਤੋਂ ਆਉਣਾ ਸੀ, ਉੱਥੇ ਹੀ ਰਾਜਾ ਰਹਿੰਦਾ ਸੀ। ਇਹਨਾਂ ਨੂੰ ਚੱਕਵੀ ਚੱਕਵਾ ਵੀ ਮਿਲ ਗਏ, ਉਹਨਾਂ ਨੂੰ ਭੁੰਨਣ ਲਈ ਸਮਾਨ ਵੀ ਮਿਲ ਗਿਆ, ਤੀਰ ਧਨੁੱਸ਼ ਤੇ ਤੀਰ ਕਮਾਨ ਵੀ ਮਿਲ ਗਿਆ ਅਤੇ ਤੀਰ ਵੀ ਮਿਲ ਗਏ, ਸਭ ਕੁਝ ਹੋ ਗਿਆ। ਮਤਲਬ ਕੀ ਹੈ, ਕਹਾਣੀ ਬੇਫਜ਼ੂਲ ਫੋਕੜ ਕਹਾਣੀ ਬਣਾਈ। ਉਹ ਨਾਮ ਗੁਰੂ ਗੋਬਿੰਦ ਸਿੰਘ ਦੇ ਤੇ ਪਾਈ। ਉਹਨਾਂ ਨੇ ਚੱਕਵੀ ਚੱਕਵੇ ਦਾ ਮੀਟ ਖਾਧਾ ਅਤੇ ਉਹ ਫਿਰ ਗਲਤ ਕੰਮ ਕੀਤਾ ਜਿੰਨਾ ਕਰ ਸਕਦੇ ਸੀ। ਔਰ ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਸਿਰ ਦੇ ਉੱਤੇ ਉਸ ਦੀ ਖੱਲ ਪਹਿਨ ਲਈ ਤਾਂ ਨਦੀ ਵਿੱਚ ਛਾਲ ਮਾਰ ਦਿੱਤੀ। ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਲੜਕੀ ਗਈ ਆ, ਰਾਜਾ ਆ ਜਾਂ ਰਾਜੇ ਦੀ ਲੜਕੀ ਆ। ਉਹਨੇ ਸੋਚਿਆ ਚੱਕਵੀ ਤੇ ਚੱਕਵਾ ਜਾ ਰਹੇ ਨੇ। ਇਸ ਤਰ੍ਹਾਂ ਉਹਨਾਂ ਨੇ ਆਪਣੇ ਪਿਤਾ ਨੂੰ ਮੂਰਖ ਬਣਾਇਆ ਉਸ ਲੜਕੀ ਨੇ। ਅਤੇ ਇਹ ਚਰਿੱਤਰ ਹੈ। ਇਹਦੇ ਵਿੱਚ ਤੁਸੀਂ ਸਮਝ ਲਓ ਵੀ ਕਿਹੜੀ ਸਿੱਖਿਆ ਵਾਲੀ ਗੱਲ ਹੈ। ਇੱਕੋ ਹੀ ਗੱਲ ਸਮਝ ਆਉਂਦੀ ਹੈ ਕਿ ਭਾਈ ਔਰਤਾਂ 'ਤੇ ਵਿਸ਼ਵਾਸ ਨਹੀਂ ਕਰਨਾ। ਇਸਤਰੀ ਵਿਸ਼ਵਾਸ ਲਾਇਕ ਨਹੀਂ ਹੁੰਦੀ ਹੈ। ਹੁਣ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਸਾਰੇ ਇਸਤਰੀਆਂ ਤੋਂ ਹੀ ਪੈਦਾ ਹੋਏ ਹਾਂ। ਅੱਗੇ ਸੰਸਾਰ ਦੀ ਉਤਪਤੀ ਇਸਤਰੀਆਂ ਤੋਂ ਹੀ ਹੈ। ਗੁਰੂ ਪੀਰ ਰਾਜੇ ਫਕੀਰ ਸਾਰੇ ਇਸਤਰੀਆਂ ਤੋਂ ਹੀ ਪੈਦਾ ਹੋਏ ਹਨ। ਉਹ ਸਾਡਾ ਦਸ਼ਮੇਸ਼ ਪਿਤਾ ਇਹ ਦੱਸਣ ਆਇਆ ਸੀ ਵੀ ਤੁਹਾਡੀ ਮਾਂ ਚੰਗੀ ਨਹੀਂ, ਤੁਹਾਡੀ ਧੀ ਚੰਗੀ ਨਹੀਂ, ਤੁਹਾਡੀ ਘਰਵਾਲੀ ਚੰਗੀ ਨਹੀਂ, ਤੁਹਾਡੀ ਦਾਦੀ ਨਾਨੀ ਚੰਗੀ ਨੇ। ਆਹ ਕੁਝ ਸਿਖਾਉਣ ਆਏ ਸੀ ਸਤਿਗੁਰੂ ਸਾਡੇ। ਇਹ ਅਸ਼ਲੀਲਤਾ ਦਾ ਗੰਦ ਦਾ ਭਰਿਆ ਹੋਇਆ ਸਾਰਾ ਕੁਝ ਪਿਤਾ ਦੇ ਸਿਰ 'ਤੇ ਰੱਖ ਦਿੱਤਾ। ਅਸੀਂ ਗੁਰੂ ਦੇ ਸਿੱਖ ਹਾਂ। ਇਹ ਜੇ ਮੈਂ ਪੂਰਾ ਅਸ਼ਲੀਲਤਾ ਵਾਲਾ, ਮੇਰੀ ਜ਼ਬਾਨ ਕੰਬਦੀ ਹੈ ਪੜ੍ਹਦਿਆਂ। ਮੈਂ ਇਸ ਲਈ ਹਰ ਬੰਦੇ ਨੂੰ ਬੇਨਤੀ ਕਰਦਾ, ਭਾਈ ਤੁਸੀਂ ਆਪ ਪੜ੍ਹੋ। ਨਸ਼ਿਆਂ ਦੀ ਵਰਤੋਂ, ਅਸ਼ਲੀਲਤਾ ਦਾ ਕੰਮ, ਧੋਖੇਬਾਜ਼ੀ, ਕਿਹੜੀ ਸਿੱਖਿਆ ਮਿਲਦੀ ਹੈ? ਇਹਦੇ ਵਿੱਚੋਂ ਇਹੀ ਸਿੱਖਿਆ ਮਿਲਦੀ ਨਾ ਕਿ ਔਰਤਾਂ 'ਤੇ ਕਦੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਕੀ ਗੁਰੂ ਨਾਨਕ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਇਹੀ ਸਿੱਖਿਆ ਹੈ? ਜੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਸਿੱਖਿਆ ਇਹੀ ਹੈ ਕਿ ਔਰਤ ਜਾਤੀ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਫਿਰ ਤਾਂ ਜੀ ਸੱਦ ਕੇ ਇਸ ਨੂੰ ਗੁਰੂ ਬਾਣੀ ਮੰਨੋ, ਗੁਰੂ ਗੋਬਿੰਦ ਸਿੰਘ ਦੀ ਰਚਨਾ ਮੰਨੋ। ਗੁਰਸਿੱਖੋ, ਜੇ ਅਸੀਂ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਇਹ ਨਹੀਂ ਹੈ, ਉੱਥੇ ਤਾਂ ਔਰਤ ਨੂੰ ਬਹੁਤ ਵਡਿਆਇਆ ਗਿਆ ਹੈ। ਉੱਥੇ ਤਾਂ ਇਹ ਸਿੱਖਿਆ ਦਿੱਤੀ ਗਈ ਹੈ ਕਿ ਜਿਹੜਾ ਪਤੀ ਆ ਅਤੇ ਔਰਤ ਹੈ, ਉਹ ਸਰੀਰ ਦੋ ਨੇ ਪਰ ਰੂਹ ਆਤਮਾ ਇੱਕ ਹੈ। ਪੜ੍ਹ ਲਿਓ ਚੰਗੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ। ਉੱਥੇ ਤਾਂ ਇਹ ਕਿਹਾ ਗਿਆ ਹੈ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ। ਇਹ 404 ਚਰਿੱਤਰਾਂ ਵਿੱਚ 579 ਪੰਨੇ ਇਸ ਵਿਚਿੱਤਰੀ ਨਾਟਕ ਦੇ, ਜਿਸ ਨੂੰ ਦਸਮ ਗ੍ਰੰਥ ਕਹਿਣ ਲੱਗ ਗਏ। ਪਰ ਅਸੀਂ ਆਪਣੀ ਅਗਿਆਨਤਾ ਵਸ ਉਵੇਂ ਹੀ ਭੇਡਾਂ ਬਣ ਕੇ ਉਹਨਾਂ ਦੇ ਪਿੱਛੇ ਜਕਾਰੇ ਛੱਡਣ ਲੱਗ ਗਏ। ਗੁਰਸਿੱਖੋ, ਆਪ ਪੜ੍ਹੋ। ਇਹ ਜਿਹੜਾ ਡਾਕਟਰ ਰਤਨ ਸਿੰਘ ਜੱਗੀ ਨੇ ਅਰਥ ਕੀਤੇ ਨੇ, ਇਸ ਗ੍ਰੰਥ, ਅਰਥਾਂ ਵਾਲੇ ਗ੍ਰੰਥ ਦੇ ਇਹ 12 ਪੰਨੇ ਨੇ। ਸਮਝ ਲਓ 6 ਪੰਨੇ ਅਰਥ ਅਤੇ 6 ਪੰਨੇ ਜਿਹੜੇ ਨੇ ਮੂਲ ਪਾਠ ਲਿਖਿਆ ਹੋਇਆ ਹੈ। ਜੇ ਪੂਰੀ ਡਿਟੇਲ 'ਚ ਕਰਨਾ ਹੋਵੇ ਤਾਂ 1.5-2 ਘੰਟੇ ਦਾ ਕੰਮ ਹੈ। ਇਸ ਲਈ ਆਪ ਪੜ੍ਹੋ। ਆਓ ਆਪਣੇ ਦਸ਼ਮੇਸ਼ ਪਿਤਾ ਜੀ ਨੂੰ ਇਹਨਾਂ ਚੀਜ਼ਾਂ ਤੋਂ ਅਸੀਂ ਬਾਹਰ ਨਿਆਰਾ ਦੇਖੀਏ ਔਰ ਇਸ ਗ੍ਰੰਥ ਨੂੰ ਨਕਾਰ ਦਈਏ। ਪਰ ਨਕਾਰਨ ਤੋਂ ਪਹਿਲਾਂ ਜਾਂ ਇਸ ਨੂੰ ਮੰਨਣ ਤੋਂ ਪਹਿਲਾਂ
ਪੜ੍ਹ ਜ਼ਰੂਰ ਲਈਏ। ਇੰਨਾ ਤਾਂ ਕਰ ਸਕਦੇ ਨਾ, ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਪਰਿਵਾਰ ਵਾਰ ਦਿੱਤਾ, ਸਾਨੂੰ ਅਸ਼ਲੀਲ, ਸਾਨੂੰ ਉਸ ਦਲਿੱਦਰ ਭਰੀ ਜ਼ਿੰਦਗੀ ਤੋਂ ਜਿੱਥੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਸਾਨੂੰ ਕੌਣ ਪੁੱਛਦਾ ਸੀ, ਸਾਨੂੰ ਤਾਂ ਸ਼ੂਦਰ ਕਿਹਾ ਗਿਆ ਸੀ। ਤੇ ਉਹ ਸਰਦਾਰੀਆਂ ਬਖਸ਼ੀਆਂ, ਘੱਟੋ ਘੱਟ ਇਹਨਾਂ ਦਾ ਫਰਜ਼ ਬਣਦਾ ਨਾ ਅਸੀਂ ਆਪ ਪੜ੍ਹ ਤਾਂ ਲਈਏ ਨਾ। ਹੁਣ ਵਿਦਵਾਨਾਂ ਨੇ ਅਰਥ ਵੀ ਕਰ ਦਿੱਤੇ ਨੇ, ਸੌਖਾ ਕਰ ਦਿੱਤਾ। ਪਹਿਲਾਂ ਬ੍ਰਿਜ ਭਾਸ਼ਾ 'ਚ ਸਮਝ ਨਹੀਂ ਸੀ ਆਉਂਦਾ, ਹੁਣ ਪੰਜਾਬੀ 'ਚ ਅਰਥ ਕੀਤੇ ਨੇ, ਪੜ੍ਹ ਲਓ। ਫਿਰ ਵੀ ਤੁਹਾਨੂੰ ਲੱਗਦਾ ਦਸ਼ਮੇਸ਼ ਪਿਤਾ ਇਹੋ ਜਿਹੇ ਸਨ, ਫਿਰ ਮੈਂ ਕੀ ਕਰ ਸਕਦਾ, ਫਿਰ ਮੰਨੀ ਜਾਓ ਭਾਈ। ਹੁਣ ਇੱਥੇ ਮੈਂ ਇਸ ਵੀਡੀਓ ਦੀ ਸਮਾਪਤੀ ਕਰਦਾ। ਭੁੱਲਾਂ ਚੁੱਕਾਂ ਦੀ ਮਾफ़ੀ, ਵਾਰ-ਵਾਰ ਬੇਨਤੀ ਕਰਦਾ ਕਿ ਜੇ ਤੁਹਾਨੂੰ ਇਹ ਉਦਮ ਚੰਗਾ ਲੱਗਦਾ ਹੈ, ਜੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣਨਾ ਚਾਹੁੰਦੇ ਹੋ, ਤਾਂ ਇਹ ਵੀਡੀਓ ਨੂੰ ਸੁਣ ਕੇ ਵੱਧ ਤੋਂ ਵੱਧ ਸਾਂਝਾ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਅਸੀਂ ਹੋਰ ਉਦਮ ਨਾਲ ਅੱਗੋਂ ਇਹ ਸੇਵਾ ਨਿਭਾ ਸਕੀਏ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।